सो सतगुर माहे समाना एह बाणी जो जियो जाने तिस अंतर रवै हर नामा बाणी गुरु गुरु है बाणी विच बाणी अमृत सारे गुर बाणी कहे सेवक जन मानै पर तख गुरु निस्तारे बाणी बिरलो विचार सी जे को गुरमुख होए एह बाणी महापुरख की निज घर वासा होए सुख हो टल गुर सेविए दर्शन परसिया गुरु कै होवै सिफत खसम दी नूर अरसों कुरसों चट्टीए तुद डिठे सच्चे पातशाह मल जन्म जन्म दी कट्टीए सज्जन सच्चा सिर साहांद साहो जिस पास बैठिया सोहीए सबना दा वेसाहो सतनाम श्री वाहिगुरु साहिब जी सोरठ महला पंजवा पुत्र कलतर लोक गृह बनता माया सन बंदेही अंत की बार को खरा ना होसी सब मिथ्या असनेही पुत्र कलतर लोक गृह बनता माया सन बंदेही अंत की बार को खरा ना होसी सब मिथ्या असनेही रे नार काहे पपोरो देही उड़ जाएगो तुम बादरो एक भाजो राम सनेही रहाओ तीन संज्ञा कर देही किनी जल कूकर भस्मेही
ਹੋਏ ਆਮਰੋ ਗ੍ਰੇਹ ਮਹਿ ਬੈਠਾ, ਕਰਨ ਕਾਰਨ ਬਿਸਰੋਹੀ। ਅਨੇਕ ਭਾਂਤ ਕਰ ਮਣੀਏ ਸਾਜੇ, ਕਾਚਾ ਤਾਗ ਪਰੋਹੀ। ਟੂਟ ਜਾਏ ਗੋ ਸੂਤ ਬਾਪ ਰੋਏ, ਫਿਰ ਪਾਛੈ ਪਛਤੋਹੀ। ਜਿਨ ਤੁਮ ਸਿਰਜੇ ਸਿਰਜ ਸਵਾਰੇ, ਤਿਸ ਧਿਆਵੋ ਦਿਨ ਰੈ ਨੇਹੀ। ਜਨ ਨਾਨਕ ਪ੍ਰਭ ਕਿਰਪਾ ਧਾਰੀ, ਮੈਂ ਸਤਿਗੁਰ ਓਟ ਗਹੇਹੀ। ਜਿਨ ਤੁਮ ਸਿਰਜੇ ਸਿਰਜ ਸਵਾਰੇ, ਤਿਸ ਧਿਆਵੋ ਦਿਨ ਰੈ ਨੇਹੀ। ਜਨ ਨਾਨਕ ਪ੍ਰਭ ਕਿਰਪਾ ਧਾਰੀ, ਮੈਂ ਸਤਿਗੁਰ ਓਟ ਗਹੇਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ ਚੌਥੇ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ, ਆਪ ਸਿਰਜਣਹਾਰੇ ਧਾਰਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਇਹਨਾਂ ਅਜ਼ਮਤਾਂ, ਇਹਨਾਂ ਵਡਿਆਈਆਂ ਦੇ ਮਾਲਕ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਦਰਬਾਰ ਸਾਹਿਬ ਜੀ ਦੀ ਯਾਤਰਾ ਕਰਦਿਆਂ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਦਿਆਂ ਆਪਣੇ ਲੋਕ ਪਰਲੋਕ ਦੇ ਸੁਖ ਦਾਤੇ ਸਤਿਗੁਰੂ, ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਹਾਜ਼ਰੀਆਂ ਭਰੀਆਂ ਨੇ, ਦਰਸ਼ਨ ਪਰਸੇ ਹਨ। ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕੀਤਾ ਹੈ। ਹੁਣ ਆਪ ਜੀ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ, ਜੋ ਇੱਥੋਂ ਦੀ ਨਿਯਮਤ ਮਰਿਆਦਾ ਹੈ ਕਿ ਉਸ ਹਰੀ ਦੇ ਮੰਦਰ ਵਿੱਚੋਂ, ਪੋਥੀ ਪਰਮੇਸ਼ਰ ਕੇ ਥਾਨ ਵਿੱਚੋਂ ਜੋ ਆਵਾਜ਼ਾਂ, ਜੋ ਸ਼੍ਰੀ ਮੁੱਖ ਵਾਕ ਅੱਜ ਸਾਨੂੰ ਪ੍ਰਾਪਤ ਹੋਇਆ, ਉਸ ਦੀ ਵਿਚਾਰ ਦਾ ਸੋ ਆਪਾਂ ਗੁਰੂ ਦੀ ਹਜ਼ੂਰੀ ਵਿੱਚ ਸੱਜ ਬੈਠੇ ਹਾਂ। ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ, ਰਸਨਾ ਪਵਿੱਤਰ ਕਰ ਦੇ ਇੱਕ ਵਾਰ, ਸਾਰੇ ਉਚਾਰਨ ਕਰੋ ਜੀ। ਸਤਨਾਮ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਮਹੱਲਾ ਪੰਜਵਾ। ਪੁੱਤਰ ਕਲਤਰ ਲੋਕ ਗ੍ਰਹਿ ਬਨਤਾ, ਮਾਇਆ ਸਨ ਬੰਦੇਹੀ। ਰਾਗ ਸੋਰਠ ਹੈ। ਮਹੱਲਾ ਸਰੀਰ। ਬਾਣੀ ਦੇ ਉਚਾਰਨ ਕਰਤਾ ਸਤਿਗੁਰੂ ਪੰਜਵੇਂ ਪਾਤਸ਼ਾਹ, ਬਾਣੀ ਦੇ ਬੋਹਿਤ, ਸ਼ਹੀਦਾਂ ਦੇ ਸਰਤਾਜ, ਧੰਨ ਧੰਨ ਗੁਰੂ ਅਰਜਨ ਦੇ ਪਿਤਾ ਮਹਾਰਾਜ ਹਨ। ਔਰ ਇਹ ਪਾਵਨ ਸ਼ਬਦ 609 ਅੰਗ ਤੇ ਸੁਸ਼ੋਭਿਤ ਹੈ। ਸਤਿਗੁਰੂ ਜੀ ਅੱਜ ਸਾਨੂੰ ਮਾਰਗ ਦਰਸ਼ਨ ਬਖਸ਼ਦੇ ਨੇ, ਕਿਉਂਕਿ ਸਾਰੀ ਬਾਣੀ ਗੁਰੂ ਹੈ ਤੇ ਸਾਡਾ ਗੁਰੂ ਕੇਵਲ ਤੇ ਕੇਵਲ ਬਾਣੀ ਹੈ, ਕੋਈ ਮਨੁੱਖ ਨਹੀਂ ਹੈ। ਮਨੁੱਖਾ ਜਾਮੇ ਵਿੱਚ ਗੁਰੂ ਸਾਹਿਬਾਨਾਂ ਨੇ ਖੁਦ ਆਪ ਸਾਨੂੰ ਸ਼ਬਦ ਗੁਰੂ ਸੁਰਤ ਧੁਨ ਚੇਲਾ ਦਾ ਸਿਧਾਂਤ ਦਿੱਤਾ ਹੈ। ਇਹ ਬਚਨ ਗੁਰੂਆਂ ਦੇ ਆਪਣੇ ਨੇ ਕਿ ਭਾਈ ਤੁਸੀਂ ਬਾਣੀ ਨੂੰ ਗੁਰੂ ਮੰਨਣਾ ਹੈ, ਬਾਣੀ ਨੂੰ ਮੱਥਾ ਟੇਕਣਾ ਹੈ, ਬਾਣੀ ਦੀ ਪਰਿਕਰਮਾ ਕਰਨੀ ਹੈ, ਔਰ ਹਰ ਦੁੱਖ ਸੁੱਖ ਦੇ ਵਿੱਚ ਗੁਰਬਾਣੀ ਦਾ ਹੀ ਪਾਠ ਕਰਨਾ ਹੈ। ਸਾਡੇ ਜਨਮ ਹੋਵੇ ਤਾਂ ਵੀ ਜਪਜੀ ਸਾਹਿਬ ਪੜ੍ਹਿਆ ਜਾਂਦਾ ਹੈ। ਹੁਣ ਉਹਨੂੰ ਅਸੀਂ ਗੁੜਤੀ ਕਹੀਏ ਕਿਉਂਕਿ ਇੱਕ ਬੜੀ ਪੁਰਾਣੀ ਪਰੰਪਰਾ ਹੈ ਕਿ ਜਦੋਂ ਬੱਚਾ ਜੰਮਦਾ ਤੇ ਉਹਦੇ ਮੂੰਹ ਦੇ ਵਿੱਚ ਕੁਛ ਪਹਿਲਾਂ ਜਿਹੜਾ ਪਹਿਲੀ ਕੋਈ ਚੀਜ਼ ਪਾਈ ਜਾਂਦੀ ਉਹਨੂੰ ਕਿਹਾ ਜਾਂਦਾ ਸੀ ਗੁੜਤੀ, ਤੇ ਕੋਸ਼ਿਸ਼ ਕੀਤੀ ਜਾਂਦੀ ਸੀ ਕਿਸੇ ਵੱਡੇ ਵਡੇਰੇ ਦੀ ਕੋਈ ਝੂਠੀ ਚੀਜ਼, ਭਾਵੇਂ ਉਹ ਚਮਚੇ 'ਚ ਸ਼ਹਿਦ ਪਾ ਕੇ ਹੀ ਹੈ, ਕਿ ਥੋੜਾ ਜਿਹਾ ਤਾਈ ਖਾ ਲਵੇ ਤੇ ਬਾਕੀ ਭਤੀਜੇ ਦੇ ਮੂੰਹ 'ਚ ਪਾ ਦਿੱਤਾ ਜਾਏ। ਉਹ ਫਿਰ ਜਦੋਂ ਵੱਡਾ ਹੋ ਕੇ ਭਤੀਜਾ ਆਪਣਾ ਸੁਭਾਅ ਪ੍ਰਗਟ ਕਰਦਾ ਤੇ ਉਹ ਫਿਰ ਮਾਈਆਂ ਕਹਿੰਦੀਆਂ ਹੁੰਦੀਆਂ ਸੀ ਇਹਨੂੰ ਤਾਈ ਦੀ ਗੁੜਤੀ ਹੈ। ਤੋ ਧਰਮ ਦੇ ਵਿੱਚ ਸੱਚੇ ਪਾਤਸ਼ਾਹ ਨੇ ਗੁੜਤੀ ਵੀ ਨਾਮ ਦੀ ਦਿੱਤੀ ਹੈ। ਉੱਥੇ ਵੀ ਜਪਜੀ ਸਾਹਿਬ ਦਾ ਪਾਠ ਕਰਕੇ ਅਸੀਂ ਉਹਨੂੰ ਬੜੇ ਅਦਬ ਸਨਮਾਨ ਨਾਲ ਸ਼ਬਦ ਦਿੰਦੇ ਹਾਂ ਕਿ ਬੱਚੇ ਨੂੰ ਅੰਮ੍ਰਿਤ ਛਕਾਇਆ ਜਾਂਦਾ ਹੈ। ਹੁੰਦੀ ਉਹ ਨਾਮ ਦੀ ਗੁੜਤੀ ਹੈ, ਕਿਉਂਕਿ ਅੰਮ੍ਰਿਤ ਦੀ ਵਿਧੀ ਸਾਡੇ ਵਿੱਚ ਸਿਰਫ ਇੱਕੋ ਹੀ ਹੈ। ਉਹ ਪੰਜ ਪਿਆਰੇ ਹੀ ਛਕਾ ਸਕਦੇ ਨੇ। ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਹੀ ਛਕਾਇਆ ਜਾ ਸਕਦਾ ਹੈ, ਤੇ ਉਹਦੇ ਵਿੱਚ ਪ੍ਰਾਣੀ ਦਾ ਆਪ ਸ਼ਾਮਲ ਹੋਣਾ ਵੀ ਜ਼ਰੂਰੀ ਹੁੰਦਾ ਹੈ। ਉਹ ਬਾਲਕ ਰੂਪ ਵਿੱਚ ਨਹੀਂ ਹੋ ਸਕਦਾ। ਸੋ ਜਦੋਂ ਪ੍ਰਾਣੀ ਚੜ੍ਹਾਈ ਕਰਦਾ ਹੈ ਉੱਥੇ ਵੀ ਚਿਖਾ ਚਿਣਦਿਆਂ ਵੀ ਪਾਠ ਕੀਤਾ ਜਾਂਦਾ ਹੈ। ਚਿਖਾ ਨੂੰ ਅਗਨੀ ਵਿਖਾਉਣ ਤੋਂ ਬਾਅਦ ਵੀ ਪਾਠ ਕੀਤਾ ਜਾਂਦਾ ਹੈ। ਘਰ ਆ ਕੇ ਫਿਰ ਪਾਠ ਰੱਖਿਆ ਜਾਂਦਾ ਹੈ। ਅਰਦਾਸ ਵਾਲੇ ਦਿਨ ਉਸੇ ਹੀ ਬਾਣੀ ਦਾ ਫਿਰ ਪਾਠ ਕੀਰਤਨ ਫਿਰ ਕੀਤਾ ਜਾਂਦਾ ਹੈ। ਸੋ ਬਾਣੀ ਹੀ ਸਿੱਖ ਦੇ ਜੀਵਨ ਦਾ ਆਧਾਰ ਹੈ। ਬਾਣੀ ਤੇ ਹੀ ਆਧਾਰਿਤ ਸਾਰੀ ਸਿੱਖੀ ਹੈ, ਸਿੱਖ ਧਰਮ ਹੈ। ਤੋ ਸੱਚੇ ਪਾਤਸ਼ਾਹ ਅੱਜ ਵੀ ਸਾਨੂੰ ਮਾਰਗ ਦਰਸ਼ਨ ਬਖਸ਼ਦੇ ਨੇ ਕਿ ਜਦੋਂ ਬਾਣੀ ਹੀ ਗੁਰੂ ਹੈ ਤੇ ਗੁਰੂ ਕੇਵਲ ਤੇ ਕੇਵਲ ਬਾਣੀ ਹੈ, ਤੇ ਭਾਈ ਗੁਰਸਿੱਖੋ ਤੁਹਾਡੇ ਵਾਸਤੇ ਉਪਦੇਸ਼ ਇਹ ਹੈ ਕਿ ਰੇ ਨਰ ਕਾਹੇ ਪਪੋਰੋ ਦੇਹੀ। ਬੰਦਿਆ, ਇਹਨੂੰ ਸਰੀਰ ਨੂੰ ਕਿਉਂ ਪਾਲਦਾ ਹੈ? ਤੁਸੀਂ ਵੇਖਿਆ ਹੀ ਹੋਣਾ, ਤ੍ਰਿਗ ਤਿਨਾਂ ਦਾ ਜੀਵਿਆ ਜੇ ਖਾਏ ਵਧਾਇਆ ਪੇਟ। ਬੜੇ ਸਾਰੇ ਲੋਕ ਨੇ ਸਾਡੇ ਵਿੱਚ, ਉਹਨਾਂ ਨੂੰ ਸਿਰਫ ਖਾਣਾ ਪੀਣਾ ਹੱਸਣਾ ਸੌਣਾ ਇਹ ਚਾਰ ਗੱਲਾਂ ਦਾ ਪਤਾ ਹੈ। ਵਿਸਰ ਗਿਆ ਹੈ ਮਰਨਾ। ਉਹਨਾਂ ਨੂੰ ਇਹ ਗੱਲ ਭੁੱਲੀ ਗਈ ਹੈ ਕਿ ਇਸ ਦੁਨੀਆ ਤੋਂ ਚਲੇ ਵੀ ਜਾਣਾ ਹੈ। ਉਹ ਫਿਰ ਕਹਿੰਦੇ ਵੀ ਇਹੀ ਨੇ ਵੀ ਖਾਓ ਪੀਓ ਐਸ਼ ਕਰੋ, ਉਹਨਾਂ ਦਾ ਸਲੋਗਨ ਵੀ ਇਹੀ ਰਹਿੰਦਾ ਹੈ। ਫਿਰ ਸੱਚੇ ਪਾਤਸ਼ਾਹ ਕਹਿੰਦੇ ਨੇ ਨਹੀਂ, ਇਹ ਸਰੀਰ ਨੂੰ ਪਪੋਰੋ ਨਹੀਂ, ਪਾਲੋ ਨਹੀਂ।
ਕੇਵਲ ਇਹਨੂੰ ਵਧਾ ਲੈਣਾ, ਇਹਨੂੰ ਫੁਲਾ ਲੈਣਾ। ਸੱਚ ਇਹ ਹੈ ਕਿ ਊੜ ਜਾਏਗੋ ਧੂਮ ਬਾਦਰੋ, ਇੱਕ ਭਾਜੋ ਰਾਮ ਸਨੇਹੀ। ਇਹ ਬਦਲਾਂ ਦੇ ਧੂਏ ਵਾਲਾ ਕੰਮ ਹੈ, ਇਹਨੇ ਇੱਕ ਦਿਨ ਖਤਮ ਹੋ ਜਾਣਾ ਹੈ। ਜੇ ਤੁਸੀਂ ਇਸ ਸਰੀਰ ਨੂੰ ਪਾ ਕੇ ਕੁਝ ਕਰ ਸਕਦੇ ਹੋ ਤਾਂ ਉਹ ਹੈ ਪਰਮੇਸ਼ਰ ਦੀ ਭਗਤੀ, ਪਰਮੇਸ਼ਰ ਦੀ ਬੰਦਗੀ। ਕਿਉਂਕਿ ਮਨੁੱਖ ਨੂੰ ਉਪਦੇਸ਼ ਵੀ ਇਹੋ ਹੀ ਹੈ ਕਿ ਆਇਓ ਸੁਣਨ ਪੜਨ ਕੋ ਬਾਣੀ। ਪਰ ਅਸੀਂ ਤੇ ਬੜੇ ਬੜੇ ਵੱਡੇ ਪ੍ਰੋਜੈਕਟ ਸ਼ੁਰੂ ਕੀਤੇ ਹੋਏ ਨੇ, ਬੜੇ ਬੜੇ ਵੱਡੇ ਅਸੀਂ ਪਲਾਨਿੰਗ ਜਿਹੜੇ ਨੇ ਉਹ ਬਣਾਏ ਹੋਏ ਨੇ, ਬੜੀਆਂ ਬੜੀਆਂ ਸਾਡੀਆਂ ਸਕੀਮਾਂ ਨੇ। ਅਸੀਂ ਖੁਦ ਉਹਦੇ ਪਲਾਨਿੰਗ ਕਰਨ ਵਾਲੇ, ਅਸੀਂ ਉਹਨਾਂ ਚੀਜ਼ਾਂ ਦੇ ਮੁਖੀਏ ਬਣ ਕੇ ਬੈਠੇ ਹੋਏ ਆ। ਇੱਦਾਂ ਕਰਾਂਗੇ, ਉੱਦਾਂ ਕਰਾਂਗੇ। ਜਾਂ ਜਿਹੜੀ ਗੱਲ ਆਮ ਵਿਦਵਾਨ ਬਜ਼ੁਰਗ ਕਹਿੰਦੇ ਨੇ, ਕਹਿੰਦੇ ਭਾਈ ਬੰਦਾ 100 ਸਾਲ ਦਾ ਪ੍ਰਬੰਧ ਕਰਕੇ ਬੈਠਾ ਹੈ, ਭਰੋਸਾ ਇਹਨੂੰ 2 ਸੈਕਿੰਡ ਦਾ ਨਹੀਂ ਹੈ, ਮੁਨਿਆਦ ਇਹਦੀ 2 ਸੈਕਿੰਡ ਦੀ ਨਹੀਂ ਹੈ, ਪ੍ਰਬੰਧ ਇਹਦੇ ਕੋਲ 100 ਸਾਲ ਦਾ ਹੈ। ਬੜੀਆਂ ਲੰਬੀਆਂ ਸਕੀਮਾਂ ਨੇ ਇਹਦੀਆਂ। ਤੋ ਸੱਚੇ ਪਾਤਸ਼ਾਹ ਅੱਜ ਸਾਨੂੰ ਸੁਚੇਤ ਕਰਦੇ ਆ, ਸਮਝਾਉਂਦੇ ਨੇ ਕਿ ਇਸ ਸਾਰੇ ਕੁਝ ਦਾ ਆਧਾਰ ਕੀ ਹੈ, ਕਿਉਂ ਆਖਿਆ ਹੈ। ਇਸ ਕਰਕੇ ਕਿਉਂਕਿ ਇਸ ਸ਼ਬਦ ਦਾ ਆਰੰਭ ਇੱਥੋਂ ਹੈ ਕਿ ਪੁੱਤਰ ਕਲੱਤਰ ਲੋਕ ਗ੍ਰਹਿ ਬੰਨਤਾ। ਇੰਨੀਆਂ ਚੀਜ਼ਾਂ ਨੇ ਬੰਦੇ ਕੋਲ। ਪੁੱਤਰ ਹੈ ਜਿਹਨੂੰ ਆਪਾਂ ਸੰਤਾਨ ਕਹਿੰਦੇ ਆ, ਕਲੱਤਰ ਇਸਤਰੀ ਹੈ ਜਿਹਨੂੰ ਆਪਾਂ ਰਦੰਗਣੀ ਕਹਿੰਦੇ ਆ, ਲੋਕ ਜਿਹਨੂੰ ਆਪਾਂ ਸਮਾਜ ਕਹਿੰਦੇ ਆ, ਭਾਈਚਾਰਾ ਕਹਿੰਦੇ ਆ ਅਸੀਂ, ਗ੍ਰਹਿ ਉਹ ਘਰ ਜਿਹਦੇ ਬਾਹਰ ਅਸੀਂ ਆਪਣੀ ਨੇਮ ਪਲੇਟ ਲਾਉਂਦੇ ਆ ਵੀ ਇਹ ਤੇ ਮੇਰਾ ਘਰ ਹੈ ਜੀ। ਇਹ ਸਾਰਾ ਕੁਝ ਜਿਹੜਾ ਹੈ, ਪੁੱਤਰ ਕਲੱਤਰ ਲੋਕ ਗ੍ਰਹਿ ਬਨਤਾ ਮਾਇਆ ਸੰਬੰਧ, ਇਹੀ ਇੱਥੋਂ ਤੱਕ ਮਾਇਆ ਵੀ ਜਿਹੜੀ ਹੈ, ਇਹ ਸਾਰਾ ਕੁਝ ਇੱਕ ਇਹ ਸਨੇਹ ਜਿਹੜਾ ਹੈ ਇੱਕ ਬੰਧਨ ਹੈ ਜਿਹਦੇ ਵਿੱਚ ਅਸੀਂ ਬੱਧੇ ਹੋਏ ਹਾਂ। ਭਾਵੇਂ ਉਹ ਸਾਡੀ ਪਤਨੀ ਹੋਵੇ, ਭਾਵੇਂ ਪੁੱਤਰ ਹੋਵੇ, ਭਾਵੇਂ ਧੀ ਹੋਵੇ, ਭਾਵੇਂ ਲੋਕ ਹੋਣ, ਭਾਵੇਂ ਘਰ ਹੋਵੇ, ਭਾਵੇਂ ਮਾਇਆ ਹੋਵੇ, ਇੱਕ ਬੰਧਨ ਬਣਾ ਕੇ ਅਸੀਂ ਬੈਠੇ ਹੋਏ ਹਾਂ। ਔਰ ਇਹਦੇ ਵਿੱਚ ਹੀ ਅਸੀਂ ਮਸਤ ਵੀ ਹਾਂ, ਇਹਦੇ ਵਿੱਚ ਅਸੀਂ ਲੱਗੇ ਹੋਏ ਆ। ਹੁਣ ਇਹਨਾਂ ਸਾਰੀਆਂ ਚੀਜ਼ਾਂ ਦਾ ਨਾਮ ਲੈ ਕੇ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਸਾਨੂੰ ਸੁਚੇਤ ਕਰਦੇ ਨੇ। ਹਾਂਜੀ, ਅੰਤ ਕੀ ਬਾਰ ਕੋ ਖਰਾ ਨ ਹੋਸੀ, ਸਭ ਮਿਥਿਆ ਅਸਨੇਹੀ। ਅੰਤ ਕੀ ਬਾਰ ਕੋ ਖਰਾ ਨਾ ਹੋਸੀ। ਜਦੋਂ ਅੰਤ ਵੇਲਾ ਆਏਗਾ, ਇਹਨਾਂ ਚੀਜ਼ਾਂ ਵਿੱਚੋਂ ਤੇਰੇ ਨਾਲ ਕਿਸੇ ਨੇ ਖੜਾ ਨਹੀਂ ਹੋਣਾ। ਕੋਈ ਚੀਜ਼ ਤੇਰੇ ਨਾਲ ਖੜੀ ਹੋਏਗੀ, ਘਰ ਖੜਾ ਹੋਏਗਾ, ਇਸਤਰੀ ਖੜੀ ਹੋਏਗੀ, ਪੁੱਤਰ ਖੜਾ ਹੋਏਗਾ, ਜਾਂ ਲੋਕ ਖੜੇ ਹੋਣਗੇ, ਜਾਂ ਇਹ ਮਾਇਆ ਜਿਹੜੀ ਹੈ ਤੇਰੇ ਕੰਮ ਆਏਗੀ। ਇਸ ਪਿਛਲੇ ਕਰੋਨੇ ਕਾਲ ਦੇ ਵਿੱਚ ਇਹੋ ਜਿਹੀਆਂ ਵੀਡੀਓ ਅਸੀਂ ਘਰਾਂ ਵਿੱਚ ਬੈਠ ਕੇ ਵੇਖੀਆਂ ਨੇ। ਮੈਂ ਕਈ ਵਾਰੀ ਸੱਚੇ ਪਾਤਸ਼ਾਹ ਦੀ ਉਹ ਜਿਹੜੀ ਬਾਣੀ ਦੀ ਪੰਕਤੀ ਹੈ ਕਿ ਕਲਯੁਗ ਊਤਮੋ ਜੁਗਾ ਮਾਹੇ, ਮੈਂ ਉਸ ਨੂੰ ਸਮਝਦਾ, ਉਸ ਨੂੰ ਵੇਖਦਾ ਆ ਕਿ ਜਿਹੜੀਆਂ ਚੀਜ਼ਾਂ ਸਮਝਾਇਆ ਸ਼ਾਇਦ ਅਸੀਂ ਨਾ ਸਮਝਦੇ। ਅੱਗੇ ਸੁਣਦੇ ਹੁੰਦੇ ਸੀ ਅਸੀਂ, ਪਰ ਹੁਣ ਤੇ ਅਸੀਂ ਵੀਡੀਓ ਵੇਖੀਆਂ ਨੇ ਕਿ ਇਸਤਰੀ ਹਸਪੀਟਲ ਗਈ ਹੈ, ਪਰ ਜਦੋਂ ਡਾਕਟਰਾਂ ਨੇ ਜਵਾਬ ਦੇ ਦਿੱਤਾ ਤਾਂ ਪੈਸੇ ਖਿਲਾਰਦੀ ਹੋਈ ਹਸਪੀਟਲ ਤੋਂ ਜਾ ਰਹੀ ਹੈ। ਬੰਦੇ ਨੂੰ ਜਦੋਂ ਜਵਾਬ ਮਿਲਦਾ ਤਾਂ ਬਾਜ਼ਾਰ ਵਿੱਚ ਖਲੋ ਕੇ ਪੈਸੇ ਸੁੱਟ ਰਿਹਾ ਹੈ। ਲੋਕ ਪੁੱਛਦੇ ਨੇ ਵੀ ਕਿਉਂ ਸੁੱਟ ਰਹੇ ਹੋ, ਕਹਿੰਦਾ ਕੀ ਕਰਨੇ ਨੇ।
ਜੇ ਪੈਸੇ ਮੈਨੂੰ ਬਚਾ ਹੀ ਨਹੀਂ ਸਕਦੇ, ਜੇ ਪੈਸੇ ਮੇਰਾ ਇਲਾਜ ਨਹੀਂ ਕਰਾ ਸਕਦੇ, ਜੇ ਇਹਨਾਂ ਪੈਸਿਆਂ ਤੋਂ ਮੇਰੀ ਜ਼ਿੰਦਗੀ ਐਕਸਟੈਂਡ ਨਹੀਂ ਹੋ ਸਕਦੀ, ਨਹੀਂ ਵੱਧ ਸਕਦੀ, ਤੇ ਪੈਸੇ ਮੈਂ ਕਰਨੇ ਕੀ ਨੇ? ਇਹ ਵੀਡੀਓ ਤੁਸੀਂ ਅੱਖਾਂ ਨਾਲ ਵੇਖੀਆਂ ਨੇ, ਇਹ ਸਾਰਾ ਕੁਝ ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ। ਔਰ ਤੁਸੀਂ ਇੱਕ ਮੇਰੀ ਬੇਨਤੀ ਧਿਆਨ ਨਾਲ ਸੁਣਨਾ, ਪਿਛਲੇ 2 ਸਾਲਾਂ ਵਿੱਚ ਲੋਕਾਂ ਦੇ ਅੰਦਰ, ਜਿਹਨੂੰ ਚੈਰਿਟੀ ਕਹਿੰਦੇ ਆ ਨਾ, ਅਸੀਂ ਦਾਨ ਪੁੰਨ ਕਹਿੰਦੇ ਆ, ਧਰਮ ਕਰਮ ਕਹਿੰਦੇ ਆ, ਇਹ ਬਹੁਤ ਵੱਧ ਗਿਆ ਜੀ। ਹੁਣ ਲੋਕਾਂ ਨੂੰ ਸਮਝ ਆ ਗਈ ਵੀ ਪਤਾ ਨਹੀਂ ਕਦੋਂ ਮਰ ਜਾਣਾ ਹੈ। ਮੈਂ ਇਹ ਚੀਜ਼ ਮੈਂ ਤਾਂ ਕਹਿ ਰਿਹਾ ਕਿ ਮੈਂ ਡੋਨੇਸ਼ਨ ਨੂੰ ਵੇਖਦਾ ਕਿ ਡੋਨੇਸ਼ਨ ਕਿੰਨੀ ਵਧੀ ਹੈ। ਜਿਹੜੇ ਲੋਕ ਬਿਲਕੁਲ ਕੰਜੂਸੀ ਕਰਦੇ ਸੀ ਨਾ, ਹੁਣ ਉਹ ਵੀ ਕਹਿੰਦੇ ਨੇ ਨਹੀਂ, ਸਾਨੂੰ ਰੱਬ ਦੇ ਨਾਂ ਤੇ ਕੱਢਣਾ ਚਾਹੀਦਾ ਹੈ। ਜੇ ਅਸੀਂ ਚਲੇ ਗਏ, ਪਤਾ ਨਹੀਂ ਇਹਦਾ ਕੀ ਹੋਏਗਾ, ਕੌਣ ਇਹਦਾ ਕਿਵੇਂ ਇਸਤੇਮਾਲ ਕਰੇਗਾ। ਪਰ ਇਹੀ ਕਾਰਨ ਹੈ ਕਿ ਇਸ ਕਰੋਨੇ ਕਾਲ ਦੇ ਵਿੱਚ ਜਿੰਨਾ ਅਮੀਰ ਆਦਮੀ ਡਰਿਆ, ਗਰੀਬ ਨਹੀਂ ਡਰਿਆ। ਔਰ ਮੈਂ ਦਿੱਲੀ ਵੇਖਿਆ, ਕਿਸੇ ਝੁੱਗੀ ਝੌਂਪੜੀ 'ਚ ਕਰੋਨਾ ਨਹੀਂ ਗਿਆ। ਉੱਥੇ ਰਹਿਣ ਬਸੇਰੇ ਬਣੇ ਨੇ, ਕੋਈ ਰਹਿਣ ਬਸੇਰੇ 'ਚ ਕਰੋਨਾ ਨਹੀਂ ਗਿਆ। ਉਹਨਾਂ ਨੂੰ ਪਤਾ ਸੀ ਵੀ ਗੰਦੀਆਂ ਰਜਾਈਆਂ ਨੇ, ਗੰਦੇ ਕੱਪੜੇ ਨੇ ਇਹਨਾਂ ਦੇ, ਤੇ ਇਹਨਾਂ ਨੇ ਇਹਦੇ 'ਚ ਘੁੱਟ ਕੇ ਹੀ ਮੈਨੂੰ ਮਾਰ ਦੇਣਾ ਹੈ। ਉਹ ਜਦੋਂ ਵੀ ਗਿਆ ਪੌਸ਼ ਕਲੋਨੀ 'ਚ ਗਿਆ। ਉਹਨਾਂ ਨੂੰ ਪਤਾ ਸੀ ਵੀ ਇਹ ਸਾਨੂੰ ਮਦਾਂਤਾ ਲੈ ਕੇ ਜਾਣਗੇ, ਅਪੋਲੋ ਲੈ ਕੇ ਜਾਣਗੇ, 5 ਸਟਾਰ ਹੋਟਲਾਂ ਵਰਗੇ ਹਸਪੀਟਲਾਂ ਦੇ ਵਿੱਚ ਇਹ ਸਾਨੂੰ ਉੱਥੇ ਜਾ ਕੇ ਆਕਸੀਜਨ ਦੇ ਨਾਲ ਸਾਡਾ ਇਲਾਜ ਕਰਨਗੇ। ਉਹ ਅਮੀਰਾਂ ਦੀਆਂ ਕਲੋਨੀਆਂ 'ਚ ਵੜਿਆ, ਗਰੀਬਾਂ ਦੀ ਕਲੋਨੀਆਂ 'ਚ ਗਿਆ ਹੀ ਨਹੀਂ। ਉਹ ਜਦੋਂ ਲਾਕਡਾਊਨ ਸੀਗਾ, ਜਦੋਂ ਕਰਫਿਊ ਸੀ, ਤੇ ਲੰਗਰ ਬਹੁਤ ਵੰਡਿਆ ਦਿੱਲੀ ਕਮੇਟੀ ਦੇ ਉਸ ਪ੍ਰਬੰਧ ਵਿੱਚ। ਬੰਗਲਾ ਸਾਹਿਬ ਦੇ ਅਸਥਾਨ ਤੋਂ ਬਹੁਤ ਸੱਚੇ ਪਾਤਸ਼ਾਹ ਨੇ ਆਪ ਸੰਗਤ ਦੀ ਬੜੀ ਸੇਵਾ ਹੋਈ, ਉਹਦੇ ਨਾਲ ਸਿੱਖੀ ਦਾ ਆਪ ਜੀ ਨੇ ਵੇਖਿਆ, ਨਾਮ ਵੀ ਬਹੁਤ ਹੋਇਆ। ਦੁਨੀਆ ਨੂੰ ਪਤਾ ਲੱਗਿਆ ਵੀ ਸਿੱਖ ਅੱਤਵਾਦੀ ਨਹੀਂ ਹੁੰਦੇ, ਸਿੱਖ ਵੱਖਵਾਦੀ ਨਹੀਂ ਹੁੰਦੇ, ਕਿਉਂਕਿ ਅਮੂਮਨ ਸਰਕਾਰਾਂ ਸਾਨੂੰ ਇੱਦਾਂ ਹੀ ਪੇਸ਼ ਕਰਦੀਆਂ ਨੇ ਕਿ ਇਹ ਤਾਂ ਅਲੱਗਵਾਦੀ ਲੋਕ ਨੇ। ਪਰ ਉਦੋਂ ਲੋਕਾਂ ਨੂੰ ਪਤਾ ਲੱਗਾ ਕਿ ਨਹੀਂ, ਇਹ ਅਲੱਗਵਾਦੀ ਨਹੀਂ ਹੈਗੇ, ਇਹ ਤਾਂ ਮਸੀਹੇ ਨੇ, ਇਹ ਤਾਂ ਫਰਿਸ਼ਤੇ ਨੇ, ਇਹ ਤਾਂ ਦੇਵਤੇ ਨੇ। ਕਦੇ ਸਮਾਂ ਸੀ 1984 'ਚ ਪੱਗ ਵਾਲਾ ਲੱਭਦੇ ਸੀ ਵੀ ਸਾੜਨਾ ਹੈ, ਤੇ ਕਦੇ ਸਮਾਂ ਐਸਾ ਵੀ ਆਇਆ ਕਿ ਪੱਗ ਵਾਲੇ ਨੂੰ ਲੱਭਦੇ ਸੀ ਵੀ ਹੋ ਸਕਦਾ ਲੰਗਰ ਲੈ ਕੇ ਆਇਆ ਹੋਵੇ। ਹੁਣ ਉਸ ਸਮੇਂ ਅਸੀਂ ਵਹਿੰਦੇ ਸੀ ਵੀ ਜਿਹੜੇ ਪੁਲਿਸ ਵੀ ਆਉਂਦੀ ਸੀ, ਪਰ ਇਹ ਮੰਗਣ ਵਾਲੇ ਲੋਕ, ਜਿਹੜੇ ਗਰੀਬ ਲੋਕ ਜਿਹੜੇ, ਉਹ ਉਦੋਂ ਵੀ ਪਟੜੀ ਤੇ ਸੜਕ ਤੇ ਬੈਠੇ ਹੁੰਦੇ ਸੀ। ਜਦੋਂ ਕਿ ਬੰਦਾ ਘਰੋਂ ਨਹੀਂ ਸੀ ਬਾਹਰ ਨਿਕਲਦਾ ਵੀ ਮਰ ਜਾਗੇ ਬਾਹਰ ਤੇ ਕਰੋਨਾ ਹੈ, ਤੇ ਕਰੋਨਾ ਉਹਨਾਂ ਦੇ ਨੇੜੇ ਤੇੜੇ ਨਹੀਂ ਗਿਆ ਕਿਤੇ। ਤੇ ਉਸ ਵੇਲੇ ਮੈਂ ਵੇਖਿਆ ਕਿ ਫਿਰ ਲੋਕਾਂ ਨੂੰ ਸਮਝ ਆ ਗਈ ਕਿ ਨਹੀਂ, ਸਾਨੂੰ ਲੋਕਾਂ ਦੇ ਨਾਲ ਸ਼ੇਅਰ ਕਰਨਾ ਚਾਹੀਦਾ। ਵੇਖੋ, ਸਾਨੂੰ ਇਹ 3 ਗੱਲਾਂ ਨਹੀਂ ਸਮਝ ਆ ਰਹੀਆਂ। ਪਹਿਲੀ, ਕਿਰਤ ਕਰਨੀ। ਜਿਹੜੀ ਪਪੋਰੋ ਦੇਹੀ ਹੈ ਅੱਜ, ਇਹੋ ਹੀ ਹੈ। ਜੇ ਆਪਾਂ ਕਿਰਤ ਕਰੀਏ ਤੇ ਸਰੀਰ ਵੀ ਠੀਕ ਰਹੇਗਾ। ਮੈਂ ਤਾਂ ਹਮੇਸ਼ਾ ਬੇਨਤੀ ਕਰਦਾ, ਮੇਰੀਆਂ ਮਾਵਾਂ ਬੈਠੀਆਂ ਨੇ, ਕਿ ਪੁੱਤ ਵਿਆਹ ਲੈ, ਨੂੰਹਾਂ ਆ ਗਈਆਂ। ਹੁਣ ਆ ਕੇ ਕਿਸੇ ਨੇ ਪੁੱਛਿਆ ਵੀ ਸੁਣਾ ਬੇਬੇ ਕੀ ਹਾਲ ਹੈ? ਬੇਬੇ ਕਹਿੰਦੀ ਮੌਜਾਂ ਲੱਗੀਆਂ ਨੇ, ਮੈਂ ਤਾਂ ਹੁਣ ਕੰਮ ਧੰਦਾ ਛੱਡਤਾ, ਮੰਜੀ ਤੇ ਬਹਿ ਗਈਆਂ, ਬਸ ਪੱਕੀਆਂ ਪਕਾਈਆਂ ਆਉਂਦੀਆਂ ਨੇ, ਤੁਸੀਂ ਕੀਮਾ ਕਰਨਾ ਮੈਨੂੰ। 2 ਸਾਲਾਂ 'ਚੋਂ ਬੇਬੇ ਜਿਹੜੀ ਉਹ ਵਾਕਰ ਤੇ ਚੜ੍ਹ ਜਾਂਦੀ ਹੈ। ਜਿਹੜੀ ਸਾਰੇ ਮਹੱਲੇ ਨੂੰ ਮਿਲਾਉਂਦੀ ਸੀ ਨਾ, ਸਾਰੇ ਮਹੱਲੇ ਦਾ ਦੁੱਖ ਸੁੱਖ ਪੁੱਛਦੀ ਸੀ, ਉਹ ਬਾਥਰੂਮ ਤੱਕ ਜਾਣ ਜੋਗੀ ਨਹੀਂ ਰਹਿੰਦੀ, ਉਹ ਫਿਰ ਵਾਕਰ ਨਾਲ ਤੁਰਦੀ, ਕਿਉਂਕਿ 2 ਮਹੀਨੇ ਹੋ ਗਏ ਮੰਜੀ ਤੇ ਬੈਠੀ ਨੂੰ, ਉੱਠੀ ਨਹੀਂ। ਗੋਡੇ ਵੀ ਜੁੜ ਗਏ, ਲੱਤਾਂ ਵੀ ਖੜ ਗਈਆਂ, ਤੇ ਖਾ ਖਾ ਕੇ ਪੇਟ ਵੀ ਵੱਧ ਗਿਆ ਨੂੰਹਾਂ ਦੇ ਹੱਥਾਂ ਦਾ। ਹੁਣ ਇਹਨੂੰ ਕੀ ਕਹੋਗੇ? ਇਹਨੂੰ ਤੁਸੀਂ ਸੁੱਖ ਕਹੋਗੇ? ਇਹ ਸੁੱਖ ਨਹੀਂ ਹੈ, ਇਹ ਤੁਹਾਡਾ ਆਪਣਾ ਸਹੇੜਿਆ ਹੋਇਆ ਦੁੱਖ ਹੈ। ਤੇ ਜੇ ਕਿਤੇ ਉਦੋਂ ਵੀ ਕਿਹਾ ਜਾਂਦਾ ਵੀ ਧੀਓ ਮੇਰੀ ਉਹ ਧੀਓ, ਤੁਸੀਂ ਆਪਣਾ ਕੰਮ ਕਰੋ ਪੁੱਤ, ਮੇਰੇ ਹੱਥ ਪੈਰ ਚੱਲਦੇ ਨੇ। ਸੋ ਇਸ ਕਰਕੇ ਸਰੀਰ ਨੂੰ ਨਕੰਮਾ ਕਰਨਾ ਹੈ ਤੇ ਕਿਰਤ ਛੱਡ ਦਿਓ। ਤੇ ਮੈਂ ਤੇ ਇਸ ਤੋਂ ਅਗਲੀ ਵੀ ਗੱਲ ਆਪ ਜੀ ਨਾਲ ਸਾਂਝੀ ਕਰਨੀ ਚਾਹੁੰਦਾ। ਮੈਂ ਬਹੁਤ ਵਾਰੀ ਕੀਤੀ ਹੈ। ਮੈਂ LA ਸੀ, ਲਾਸ ਐਂਜਲਸ, ਤੇ ਮੈਂ ਉੱਥੇ ਸੀ ਵਰਮੌਂਟ, ਜਿਹੜਾ ਉੱਥੇ ਸਭ ਤੋਂ ਪੁਰਾਣਾ ਗੁਰਦੁਆਰਾ ਹੈ, ਉਹ ਤਕਰੀਬਨ 1960 ਵਿੱਚ ਬਣਿਆ, ਡਾਕਟਰ ਮਰਵਾ ਨੇ ਬਣਾਇਆ। ਤੇ ਜਾਣਾ ਸੀ ਮੈਂ ਲਿੰਕਰਸ਼ਮ ਕਥਾ ਵਾਸਤੇ। ਸ਼ਾਮ ਦਾ ਟਾਈਮ ਹੋ ਗਿਆ ਤੇ ਟ੍ਰੈਫਿਕ ਬਹੁਤ,
तो मैं जिथे मैं ठहरिया सी वो कहते भी ਗਿਆਨੀ जी हुण तुहाडी कथा नहीं हो सकती क्योंकि वो लैन आउणगे ते अद्धा पौना घंटा उन्हां नूं लगेगा, अद्धा पौना घंटा मुड़ के तुहानूं जांदिआं लगेगा। तो मैं उन्होंने फोन किया, मैं कहा जी तुसी बंदा भेजिया है? कहते जी नहीं, तुसी बाहर निकलो, बाहर ना गड्डी आई है तुहानूं टैक्सी लैण। मैं बाहर निकलिया तो एक अंग्रेज भैन सी वो टैक्सी लैके खड़ोती है तो उन्हें मैनू पूछा भी मिस्टर सिंह तुसी जाना लिंकरशिप? मैं कहा मैं हाँ। मैं गड्डी 'च बह गया तो उन्हें मैनू एक दो सवाल पूछे भी तुसी इंडिया तो आ, इत्थों आ? तो मैं दसिया उन्होंने कि मैं अपनी कम्यूनिटी का प्रीचर हैगा। तो फिर मैं उन्होंने पूछा, मैं कहा भी सिस्टर तुसी फुल टाइम जॉब करते हो, यही काम है थोड़ा? कहती नहीं मैं नर्स हाँ, मैं हॉस्पिटल च जॉब करती हाँ पर 4 घंटे टैक्सी चलानी है। मैं कहा काहदे लई? कहती मेरी मदर ते मेरी सिस्टर डिसेबल है, 4 घंटे मैं उन्होंने लिए काम करती हाँ, जिन्ने पैसे होणगे मैं उन्होंने देंगी। तो जे किते हुंदा इंडिया तो फेसबुक ते फोटो पा देनी सी भी आ बंदा बैड ते पिया है, आ अकाउंट नंबर है, तो साध संगत जी इन्हूं बचाउण लई पैसे पाओ इहदे च। अज यही काम शुरू होया है। मतलब मैं दुख नाल कह सकदा इत्थे बैठ के कि वो बंदे जिन्हां ने सारी उम्र पैसे कमाए ने मेरी श्रेणी च भी, अगर उन्होंने भी माड़ी जी ढिड पीड़ हो गई तो उन्होंने भी अकाउंट नंबर पाता भी मेरे अकाउंट 'च पैसे पा दो, मेरी ढिड पीड़ हो रही है। हद होगी। कोई भैन भरा नहीं बचा जिहड़ा काम करके तेरा इलाज करा सके। असीं इहनूं चैरिटी कहने आ। असीं अच्छा मेरी गल दा गुस्सा भी लगना कईआं नूं, असीं इहनूं इनकरेज करदे आ, नहीं जी ये तो बड़ी हैल्प हो रही। हैल्प नहीं हो रही, साडा खून चिट्टा हो रहा है। आ जिहड़ी गुरबाणी दी अज पाठ है ना, जिहड़ा उपदेश है, साडा खून चिट्टा हो रहा है कि कोई रिश्तेदार कोई भैन भरा नहीं बचिया जिहड़ा ये कहे भी मैं तेरा इलाज करावांगा, बई मैं तेनों संभालांगा, बई तू दुनिया तो पैसे मंग के क्यों जीवेगा? असीं मर गए आ? नहीं, असीं सिर्फ जिउंदे आ जे उहदे कोल पैसे हैगे देता, तो जदों उहदे कोल नहीं हैगे तो असीं तो मर गए। असीं तो मुड़ के मंग के ते तैनूं पाल सकदे आ पर अपने कोलों दे के नहीं पाल सकते। आप कित्थे चले गए? आप किहड़ी धर्म नूं मनदे आ, किहड़ा उपदेश कमाउने आ, किहड़ी गुरबाणी साडा गुरु है, किहड़े सिद्धांत प्रिंसीपल जिहड़े असीं जीवन विच अपनाए होए ने। वेखो जमीन दा पानी थल्ले चला गया, धरती बंजर होण लगी है। साडी जवानी दे विच नशिਆਂ ने इन्नी भरमार कर दित्ती है, जो कुछ साडे कोल बच रहा है वो इत्थों बाहर भज के जा रहा है। दिन रात असीं बंगला साहब बैठे ही अरदासा करते हैं। एक फाइल पिछों तुरी आउंदी है, एक कनेडा का वीज़ा है, दूजी फाइल आउंदी है आस्ट्रेलिया का वीज़ा है, तीजी फाइल आउंदी है अमरीका का वीज़ा है। आपां किहड़ियां गल्लां करदे आ? गल्लां असीं राज करेगा खालसा दियां करदे आ। खून साडा चिट्टा हो चुका है। असीं रिश्तेदारां दीयां जमीनां झूठे गवाह खड़े करके अपने नां कराई जा रहे हैं। कोई किसी रिश्तेदार की बांह फड़न जोगा नहीं है, कोई किसी के मूँह च पानी पाउण जोगा नहीं है। असीं अंग्रेज़ां नूं कहने आ जी वो तो जी चर्च नहीं जाते जी, वो तो बीयर पींदे ने जी। मैं कहना उन्हां दीयां बुराइयां सानूं पता है, सानूं उन्हां दीयां अच्छाइयां क्यों नहीं पता? जे एक बच्ची एक धी अपनी माँ और अपनी भैन का इलाज करा सकती है तो दसो किहदे भैन भरा दुनिया तो मर गए ने जी? तो जिहदा कोई भी नहीं हैगा उहदे लई पिंगलवाड़ा हैगा। उस भगत पूरन सिंह नूं नमस्कार करनी चाहिए है। फिर उन्होंने उत्थे छड्डो, तुसीं काहनूं अकाउंट खुला के बह गए हो बई? असीं गलत पासे तुर पे हाँ। असीं आम लोगों को इस रस्ते पा दिता है भी जिन्हों तकलीफ होंदी वही सवेरे फेसबुक ते चढ़ जाता है। नहीं, असीं जिम्मेवारी आयद करिए। वो भैन भरा खवाउण वाले हो, माँ प्यो खवाउण वाले हो, रिश्तेदार खवाउण वाले हो, पिंड वाले हो। अगर तुसीं सारे पिंड दे बंदे रल के एक पिंड दा बंदा बीमार नहीं साਂਭ सकदे ते तुसीं किस काम दे हैगे हो? तुहाडा धरती ते तुसीं बोझ नहीं तो होर की हो? तुसीं उस पिंड वालियां नूं शर्म आउणी चाहीदी है। नहीं भाई, असीं बैठे हाँ ना कि असीं अपने एक बंदे दा पिंड दा अपने दा इलाज नहीं करा सकदे। असीं इस समाज की शाही नहीं है।
ठीक है, वो ਜਿਹੜੇ ਵੀਰ ਹੈਲਪ ਕਰਦੇ ਨੇ, ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿਣਾ ਚਾਹੁੰਦਾ। ਇਹ ਉਹਨਾਂ ਦਾ ਤਰਸ ਦਾ ਪੱਖ ਹੈ, ਉਹਨਾਂ ਦਾ ਸੇਵਾ ਦਾ ਪੱਖ ਹੈ, ਪਰ ਜ਼ਿੰਮੇਵਾਰੀ ਦਾ ਪੱਖ ਵਿੱਚੋਂ ਖਤਮ ਨਾ ਕਰੋ। ਪਹਿਲਾਂ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ ਜਿਹੜੇ ਉਹਨਾਂ ਦੇ ਗੁਆਂਢ 'ਚ ਰਹਿੰਦੇ ਨੇ, ਜਿਹੜੇ ਉਹਨਾਂ ਦੇ ਰਿਸ਼ਤੇਦਾਰ ਭੈਣ ਭਰਾ ਨੇ। ਉਹਨਾਂ ਤੇ ਜ਼ਿੰਮੇਵਾਰੀ ਆਇਦ ਕਰੋ। ਜਿਹੜੀ ਚੈਰਿਟੀ ਹੈ ਇਹ ਫਰੋਮ ਹੋਮ ਹੈ। ਆਪਣੇ ਘਰੋਂ ਸੇਵਾ ਸ਼ੁਰੂ ਕਰੋ। ਜੇ ਤੁਸੀਂ ਆਪਣੇ ਘਰ ਦੇ ਨੌਕਰਾਂ ਨੂੰ ਸੰਭਾਲ ਲਓ, ਤੁਸੀਂ ਆਪਣੇ ਘਰ ਦੇ ਜੀਆਂ ਨੂੰ ਸੰਭਾਲ ਲਓ, ਸੰਸਾਰ ਆਪੇ ਸੰਭਾਲਿਆ ਜਾਏਗਾ। ਤੇ ਨਤੀਜਾ ਕੀ ਹੈ? ਨਤੀਜਾ ਇਹ ਵੀ ਬੇਬੇ ਬਾਪੂ ਨੂੰ ਗੁਆਂਢੀ ਚਾਹ ਪਾਣੀ ਪਿਆਉਂਦੇ ਨੇ ਤੇ ਮੁੰਡਾ ਜਾ ਕੇ ਜੋੜਾ ਘਰ ਦੀ ਸੇਵਾ ਕਰਦਾ ਗੁਰਦੁਆਰੇ 'ਚ। ਇਹ ਕੀ ਹੈ? ਇਹ ਧਰਮ ਹੈ? ਧਰਮ ਇਹ ਨਹੀਂ ਹੈ। ਧਰਮ ਇਹ ਹੈ ਕਿ ਜੇ ਘਰ ਬਜ਼ੁਰਗ ਮਾਂ ਬਾਪ ਹੈਗੇ ਨੇ ਤੇ ਪਹਿਲਾਂ ਉਹਨਾਂ ਨੂੰ ਟਾਈਮ ਦਿਓ, ਜੇ ਬਚੇ ਤੇ ਜਾ ਕੇ ਜੋੜਾ ਘਰ ਦੀ ਸੇਵਾ ਕਰ ਲਓ। ਜੋੜਾ ਘਰ ਦੀ ਸੇਵਾ ਤਾਂ ਤੁਸੀਂ ਇਹਨਾਂ ਦੇ ਜਾਣ ਤੋਂ ਬਾਅਦ ਵੀ ਕਰ ਲਓਗੇ, ਪਰ ਇਹਨਾਂ ਦੇ ਜਾਣ ਤੋਂ ਬਾਅਦ ਮਾਂ ਬਾਪ ਦੀ ਸੇਵਾ ਨਹੀਂ ਜੇ ਮਿਲਣੀ, ਇਕੱਲੀ ਜੋੜਿਆਂ ਦੀ ਰਹਿ ਜਾਣੀ ਜੇ ਤੁਹਾਡੇ ਕੋਲੇ। ਇਹਦਾ ਅਰਥ ਇਹ ਨਹੀਂ ਹੈ ਕਿ ਜੇ ਸਾਰੇ ਮਰ ਜਾਣਗੇ, ਨਹੀਂ ਤੁਹਾਡੇ ਨਾਲ ਖੜੇ ਹੋਣਗੇ ਤੇ ਤੁਸੀਂ ਆਪਣਾ ਖੂਨ ਚਿੱਟਾ ਕਰ ਲਓ। ਖੂਨ ਚਿੱਟਾ ਨਹੀਂ ਕਰੋ। ਇਹਦਾ ਅਰਥ ਇਹ ਨਹੀਂ ਹੈ ਕਿ ਤੁਸੀਂ ਰਿਸ਼ਤੇ ਛੱਡ ਦਿਓ। ਰਿਸ਼ਤੇ ਛੱਡੋ ਨਹੀਂ। ਗੱਲ ਸਿਰਫ ਇੰਨੀ ਮੈਂ ਫਿਰ ਬੇਨਤੀ ਕਰਾਂ, ਸਾਡੇ ਤੇ ਦੋ ਚੀਜ਼ਾਂ ਭਾਰੂ ਨੇ। ਜੇ ਤੇ ਸਾਡੇ ਤੇ ਮੋਹ ਮਮਤਾ ਭਾਰੂ ਹੁੰਦੀ ਹੈ ਤਾਂ ਅਸੀਂ ਗੁਰਦੁਆਰੇ ਦੀਆਂ ਚੀਜ਼ਾਂ ਚੁੱਕ ਕੇ ਘਰ ਲੈ ਜਾਂਦੇ ਹਾਂ ਜਾਂ ਆਪਣਿਆਂ ਨੂੰ ਦੇ ਦਿੰਦੇ ਹਾਂ। ਤੇ ਜਦੋਂ ਅਸੀਂ ਘਰਦਿਆਂ ਨਾਲ ਵਿਗੜ ਜਾਂਦੇ ਹਾਂ, ਨਫ਼ਰਤ ਆ ਜਾਂਦੀ ਹੈ, ਤੇ ਘਰਦਿਆਂ ਦੀਆਂ ਚੀਜ਼ਾਂ ਚੁੱਕ ਕੇ ਗੁਰਦੁਆਰੇ ਦਾਨ ਕਰ ਦਿੰਦੇ ਹਾਂ। ਕਿ ਤੁਹਾਡੇ ਬਾਬੇ ਨਾਨਕ ਨੇ ਇਦਾਂ ਕੀਤਾ ਸੀ? ਕਿ ਬਾਬੇ ਸ਼੍ਰੀ ਚੰਦ ਜੀ ਦੀ, ਬਾਬੇ ਲਖਮੀ ਦਾਸ ਦੀ ਕੋਈ ਇੱਕ ਵੀ ਚੀਜ਼ ਭਾਈ ਲਹਿਣੇ ਨੂੰ ਦਿੱਤੀ ਉਹਨਾਂ ਨੇ? ਦੱਸੋ। ਹਵੇਲੀ ਦਿੱਤੀ ਹੋਵੇ, ਜ਼ਮੀਨ ਦਿੱਤੀ ਹੋਵੇ, ਕੋਈ ਮੰਜਾ ਬਿਸਤਰਾ ਦਿੱਤਾ ਹੋਵੇ? ਨਹੀਂ ਦਿੱਤਾ। ਪੁੱਤਰਾਂ ਦੀ ਚੀਜ਼ ਪੁੱਤਰਾਂ ਨੂੰ ਦਿੱਤੀ, ਤੇ ਜਿਹੜੀ ਸੇਵਕ ਦੀ ਵਸਤੂ ਹੈ ਸੇਵਕ ਨੂੰ ਦਿੱਤੀ। ਇਹ ਸੇਵਕ ਦੀ ਵਸਤੂ ਸੀ ਜਿਹੜੀ ਭਾਈ ਲਹਿਣੇ ਦੀ ਝੋਲੀ ਵਿੱਚ ਪਾਈ ਹੈ। ਉਸ ਜਸਟਿਸ ਨੂੰ ਆਪਣੇ ਘਰ ਲੈ ਕੇ ਆਈਏ। ਅੱਜ ਸਤਿਗੁਰੂ ਸਮਝਾਉਂਦੇ ਨੇ ਕਿ ਵੇਖ ਭਾਈ, ਪੁੱਤਰ, ਕਲੱਤਰ, ਲੋਕ, ਗ੍ਰਹਿ, ਬਨਤਾ, ਮਾਇਆ, ਇਹ ਜਿੰਨੇ ਸੰਬੰਧ ਨੇ, ਹਾਂਜੀ, ਅੰਤ ਕੀ ਬਾਰ ਕੋ ਖਰਾ ਨਾ ਹੋਸੀ, ਸਭ ਮਿਥਿਆ ਅਸਨੇਹੀ। ਇਹਨਾਂ ਨੇ ਤੇਰੇ ਨਾਲ ਖੜੇ ਨਹੀਂ ਹੋਣਾ। ਇਹ ਝੂਠਾ ਪਿਆਰ ਹੈ। ਫਿਰ ਮਹਾਰਾਜ ਕੀ ਕਰੀਏ? ਜੋਗੀ ਬਣ ਜਾਈਏ? ਪਹਾੜਾਂ ਵਿੱਚ ਚਲੇ ਜਾਈਏ? ਘਰ-ਬਾਰ ਛੱਡ ਦਈਏ? ਜ਼ਿੰਮੇਵਾਰੀਆਂ ਤੋਂ ਭਗੌੜੇ ਹੋ ਜਾਈਏ? ਸਤਿਗੁਰੂ ਕਹਿੰਦੇ ਨੇ ਨਹੀਂ ਨਾ, ਇਹ ਕੰਮ ਨਹੀਂ ਕਰਨਾ। ਪਰ ਇਹ ਜਾਣਦਿਆਂ ਹੋਇਆਂ ਇਹਦੇ ਤੋਂ ਕੀ ਸਿੱਖਣਾ ਹੈ? ਇਹਦੇ ਤੋਂ ਇਹ ਸਿੱਖਣਾ ਹੈ ਕਿ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ, ਗਾਫਲ ਆਪਣੇ ਹੱਥ। ਇਹਦਾ ਅਰਥ ਸਿਰਫ ਇੰਨਾ ਹੈ ਕਿ ਬੱਚਿਆਂ ਨੂੰ ਪਾਲਦਿਆਂ, ਭਰਾਵਾਂ ਦੇ ਨਾਲ ਆਪਣੇ ਫਰਜ਼ ਨਿਭਾਉਂਦਿਆਂ, ਮਾਂ ਬਾਪ ਦੀ ਸੇਵਾ ਕਰਦਿਆਂ ਧਰਮ ਨਾ ਗਵਾਇਓ। ਇਹ ਤੁਹਾਡਾ ਵੱਖਰਾ ਧਰਮ ਹੈ। ਜਿਹੜਾ ਬੱਚਿਆਂ ਦੇ ਪ੍ਰਤੀ ਧਰਮ ਹੈ ਇਹ ਤੁਹਾਡਾ ਵੱਖਰਾ ਧਰਮ ਹੈ। ਜਿਹੜਾ ਮਾਂ ਪਿਓ ਦੇ ਪ੍ਰਤੀ ਧਰਮ ਹੈ ਉਹ ਵੱਖਰਾ ਧਰਮ ਹੈ। ਜਿਹੜਾ ਪੰਥ ਦੇ ਪ੍ਰਤੀ ਹੈ, ਕੌਮ ਦੇ ਪ੍ਰਤੀ, ਉਹ ਤੁਹਾਡਾ ਵੱਖਰਾ ਧਰਮ ਹੈ। ਇਹਨਾਂ ਸਾਰਿਆਂ ਨੂੰ ਮਿਕਸ ਨਾ ਕਰੋ। ਅਸੀਂ ਕੀ ਕਰਦੇ? ਸਾਡਾ ਕੰਮ ਉਲਾਰੂ ਹੈ। ਕਦੇ ਇੱਧਰ ਗਏ ਤੇ ਐ ਚਲੇ ਗਏ, ਇੱਧਰ ਨੂੰ ਗਏ ਤੇ ਮੁੜ ਕੇ ਐਨੂੰ ਚਲੇ ਗਏ। ਸਾਨੂੰ ਉਹ ਸਾਰੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਚਾਹੀਦਾ ਹੈ। ਇਹ ਜਾਣਦਿਆਂ ਵੀ ਹੋਇਆ ਕਿ ਪੁੱਤਰਾਂ ਨੇ ਮੇਰੇ ਨਾਲ ਨਹੀਂ ਖੜੇ ਹੋਣਾ। ਪੁੱਤਰਾਂ ਨੂੰ ਪੜ੍ਹਾਓ ਜ਼ਰੂਰ। ਪੁੱਤਰਾਂ ਨੂੰ ਆਪਣੇ ਥਾਂ ਤੇ ਸਟੈਂਡ ਕਰੋ। ਡਾਕਟਰ ਦਰਸ਼ਨ ਸਿੰਘ ਹੁੰਦੇ ਸੀ, ਇੱਕ ਤਾਂ ਹੁਣ ਪੂਰੇ ਹੋਏ ਨੇ, ਇੱਕ ਬੜੇ ਪੁਰਾਣੇ ਟਾਈਮ 'ਚ ਪੂਰੇ ਹੋਏ ਨੇ। ਇਹ ਗੱਲ 93-94 ਦੀ ਹੈ। ਉਦੋਂ ਉਹਨਾਂ ਨੇ ਗੱਲ ਸੁਣਾਈ ਸੀ ਕਿ ਇੱਕ ਮੁਸਲਮਾਨ ਯੂਨੀਵਰਸਿਟੀ ਦੇ VC ਨੇ, ਵਾਈਸ ਚਾਂਸਲਰ ਨੇ, ਸਭ ਕੁਝ ਆਪਣਾ ਉਸ ਯੂਨੀਵਰਸਿਟੀ ਨੂੰ ਦੇ ਦਿੱਤਾ ਜਿਹੜੀ ਯੂਨੀਵਰਸਿਟੀ ਦੇ ਉਹ VC ਸੀ। ਬੜੇ ਵੱਡੇ ਸਕਾਲਰ ਸੀਗੇ, ਦੁਨੀਆ ਦੇ ਇੰਟਰਫੇਥ ਵਿੱਚ ਜਾਂਦੇ ਸੀਗੇ। ਦੁਨੀਆ ਦੇ ਵਿੱਚ ਇੱਕ ਉਦਾਹਰਨ ਸੀ ਇਹ 93-94 ਦੇ ਵਿੱਚ ਵੀ ਕਿਸੇ VC ਨੇ ਇਦਾਂ ਵੀ ਕੀਤਾ। ਤੇ ਲੋਕਾਂ ਨੇ ਪੁੱਛਿਆ ਉਹਨਾਂ ਨੂੰ,
ਵੀ ਡਾਕਟਰ ਸਾਹਿਬ ਇਹ ਕੀ ਕੀਤਾ ਤੁਸੀਂ? ਉਹ ਕਹਿੰਦੇ ਮੈਂ ਬਿਲਕੁਲ ਠੀਕ ਕੀਤਾ ਹੈ। ਮੈਂ ਆਪਣੇ ਫਰਜ਼ ਨਿਭਾਏ ਨੇ। ਮੈਂ ਆਪਣੀਆਂ ਧੀਆਂ ਨੂੰ, ਬੱਚਿਆਂ ਨੂੰ ਬਹੁਤ ਅੱਛੀ ਐਜੂਕੇਸ਼ਨ ਦਿੱਤੀ ਹੈ, ਬਹੁਤ ਵਧੀਆ ਪੜ੍ਹਾਇਆ ਹੈ, ਤੇ ਹੁਣ ਮੈਂ ਨਹੀਂ ਚਾਹੁੰਦਾ ਤੇ ਨਾ ਹੀ ਮੈਂ ਮਹਿਸੂਸ ਕਰਦਾ ਵੀ ਉਹਨਾਂ ਨੂੰ ਮੇਰੀ ਕਿਸੇ ਧਨ ਸੰਪਤੀ ਦੀ ਲੋੜ ਹੈ। ਹੁਣ ਇਹ ਗੱਲ ਕਿ ਸਾਡੇ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈਗੀ, ਜਾਂ ਕਿ ਦੂਜੇ ਧਰਮਾਂ ਦੇ ਧਰਮ ਗ੍ਰੰਥਾਂ 'ਚ ਨਹੀਂ ਹੈਗੀ। ਉਹ ਵੀ ਕਹਿੰਦੇ ਨੇ ਕਿ ਪੂਤ ਸਪੂਤ ਕਾਹੇ ਧਨ ਸੰਚੀਏ। ਕਹਿੰਦੇ ਜੇ ਤੁਹਾਡੇ ਬੱਚੇ ਲਾਇਕ ਨੇ ਤੇ ਤੁਸੀਂ ਪੈਸੇ ਕੀ ਕਰਨੇ ਨੇ ਇਕੱਠੇ ਕਰਕੇ? ਆਪੇ ਕਮਾ ਲੈਣਗੇ। ਅਗਲੀ ਗੱਲ, ਪੂਤ ਕਪੂਤ ਕਾਹੇ ਧਨ ਸੰਚੀਏ। ਤੇ ਜੇ ਤੁਹਾਡੇ ਬੱਚੇ ਸ਼ਰਾਬੀ ਕਬਾਬੀ ਨੇ ਤੇ ਫਿਰ ਪੈਸੇ ਕਿਉਂ ਇਕੱਠੇ ਕਰਦੇ ਹੋ? ਉਡਾ ਦੇਣਗੇ ਤੋਤੇ ਇਹ ਪੈਸਿਆਂ ਦੇ। ਜੇ ਤੁਹਾਡੇ ਬੱਚੇ ਨਲਾਇਕ ਨੇ, ਤੁਹਾਨੂੰ ਸਮਝ ਆ ਚੁੱਕੀ ਹੈ, ਤੁਹਾਡੇ ਜਿਉਂਦਿਆਂ ਤੁਹਾਨੂੰ ਪਤਾ ਲੱਗ ਗਿਆ ਮੇਰੇ ਬੱਚੇ ਨਲਾਇਕ ਨੇ, ਪੈਸੇ ਇਕੱਠੇ ਕਰਨੇ ਬੰਦ ਕਰ ਦਿਓ। ਸ਼ਰਾਬ ਪੀ ਜਾਣਗੇ, ਉਹਦੀ ਸਮੈਕ ਪੀ ਜਾਣਗੇ। ਤੇ ਜੇ ਤੁਹਾਡੇ ਬੱਚੇ ਕਮਾਊ ਨੇ ਤੇ ਫਿਰ ਤਾਂ ਬਿਲਕੁਲ ਹੀ ਨਹੀਂ ਤੁਹਾਨੂੰ ਲੋੜ ਹੈਗੀ, ਉਹਨਾਂ ਆਪੇ ਕਮਾ ਲੈਣੇ ਨੇ। ਫਿਰ ਤੁਸੀਂ ਕੀ ਕਰਨਾ ਬਈ? ਫਿਰ ਕੀ ਕਰਨਾ ਚਾਹੀਦਾ? ਇੱਥੋਂ ਹੀ ਸਮਝਣ ਦੀ ਲੋੜ ਹੈ ਕਿ ਜਦੋਂ ਤੁਹਾਡੇ ਬੱਚਿਆਂ ਨੂੰ ਲੋੜ ਨਹੀਂ, ਫਿਰ ਸਮਝ ਲਓ ਤੁਹਾਡੀ ਲੋੜ ਤੁਹਾਡੀ ਕੌਮ ਨੂੰ ਹੈ। ਤੁਹਾਡੀ ਲੋੜ ਉਹਨਾਂ ਬੱਚਿਆਂ ਨੂੰ ਹੈ ਜਿਨ੍ਹਾਂ ਬੱਚਿਆਂ ਦੇ ਮਾਂ-ਬਾਪ ਦੁਨੀਆ ਤੋਂ ਚਲੇ ਗਏ ਨੇ। ਪਰ ਅਸੀਂ ਹਰ ਵੇਲੇ ਤਰਸਦੀ ਲਿਆ ਕੇ ਘੜੀ ਖੜੀ ਕਰ ਦਿੰਦੇ ਆ। ਨਹੀਂ, ਤਰਸ ਨਹੀਂ, ਅਸੀਂ ਆਪਣੇ ਫਰਜ਼ ਸਮਝੀਏ। ਭਗਤ ਪੂਰਨ ਸਿੰਘ ਨੇ ਤਰਸ ਨਹੀਂ ਸੀ ਕੀਤਾ। ਪਿਆਰਾ ਸਿੰਘ ਇੱਕ ਅਪਾਹਜ ਬੱਚਾ ਸੀ, ਉਹਨੂੰ ਭਿਖਾਰੀ ਨਹੀਂ ਸੀ ਬਣਾਇਆ, ਉਹਨੂੰ ਆਪਣਾ ਪੁੱਤਰ ਬਣਾਇਆ ਸੀ। ਆਖਿਆ ਸੀ ਮੇਰਾ ਬੇਟਾ ਹੈ। ਕੀ ਕਦੇ ਕਿਸੇ ਨੂੰ ਇਹ ਹੱਕ ਦਿਓਗੇ ਤੁਸੀਂ ਕਿ ਕਿਸੇ ਨੂੰ ਆਪਣਾ ਪੁੱਤਰ ਸਮਝ ਕੇ ਪਾਲੋਗੇ ਤੁਸੀਂ? ਪਰ ਅਸੀਂ ਤਾਂ ਉਹ ਲੋਕ ਆ ਵੀ ਜੇ ਸਾਡੇ ਘਰ 'ਚ ਕੋਈ ਭਰਾ, ਕੋਈ ਬੱਚਾ ਇਦਾਂ ਦਾ ਹੋ ਜਾਏ ਤਾਂ ਅਸੀਂ ਪਿੰਗਲਵਾੜੇ ਛੱਡ ਆਵਾਂਗੇ। ਪਰ ਪਿੰਗਲਵਾੜੇ ਵਾਲੇ ਨੇ ਕੀ ਕੀਤਾ? ਉਹਨੇ ਉਹਨਾਂ ਨੂੰ ਪੈਸੇ ਮੰਗਣ ਦਾ ਥਾਂ ਨਹੀਂ ਬਣਾਇਆ, ਉਹਨੇ ਉਹਨਾਂ ਦੀ ਸੇਵਾ ਕੀਤੀ। ਸੇਵਾ ਕੀਤੀ ਤਾਂ ਅੱਜ ਤੁਸੀਂ ਵੇਖੋ ਭਗਤ ਪੂਰਨ ਸਿੰਘ ਦਾ ਕਿੱਡਾ ਵੱਡਾ ਨਾਂ ਹੈ। ਅੱਛਾ, ਪਾਠ ਅਸੀਂ ਪੜ੍ਹਦੇ ਆ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ, ਕਹੋ ਨਾਨਕ ਬਾਹਾਂ ਲੁੜਾਈ ਹੈ। ਪੁੱਛੋ ਵੀ ਉਹ ਵਿੱਚ ਦੁਨੀਆ ਸੇਵ ਕਿਹੜੀ ਹੈ ਜਿਹੜੀ ਤੁਸੀਂ ਕਮਾਉਣੀ ਹੈ? ਮੈਂ ਫਿਰ ਬੇਨਤੀ ਕਰਾਂ, ਅਸੀਂ ਅੱਗੇ ਤੁਰੀਏ। ਲੰਗਰ ਦੀ ਸੇਵਾ ਤੋਂ, ਜੋੜਿਆਂ ਦੀ ਸੇਵਾ ਤੋਂ, ਝਾੜੂ ਦੀ ਸੇਵਾ ਤੋਂ, ਪੋਚੇ ਦੀ ਸੇਵਾ ਤੋਂ ਅੱਗੇ ਤੁਰੀਏ। ਅੱਜ ਤੁਹਾਡੀ ਕਮਿਊਨਿਟੀ ਨੂੰ, ਤੁਹਾਡੇ ਬੱਚਿਆਂ ਨੂੰ, ਤੁਹਾਡੇ ਸਮਾਜ ਨੂੰ ਬੜੀਆਂ ਲੋੜਾਂ ਨੇ। ਅਜੇ ਤਾਂ ਅਸੀਂ ਦੁਨੀਆ ਨੂੰ ਦੱਸਣਾ ਸੀ ਵੀ ਅਸੀਂ ਕੌਣ ਆ। ਅਸੀਂ ਦੁਨੀਆ ਨੂੰ ਦੱਸਣ ਵਿੱਚ ਕਾਮਯਾਬ ਨਹੀਂ ਹੋ ਸਕੇ। ਪਬਲਿਸਿਟੀ ਦਾ ਯੁੱਗ ਹੈ, ਪ੍ਰਚਾਰ ਦਾ ਯੁੱਗ ਹੈ, ਮੀਡੀਆ ਦਾ ਯੁੱਗ ਹੈ। ਸਾਨੂੰ ਤੇ ਇਹਦਾ ਬਹੁਤ ਵਰਤੋਂ ਕਰਨੀ ਚਾਹੀਦੀ ਹੈ। ਤੋ ਸੱਚੇ ਪਾਤਸ਼ਾਹ ਮਹਾਰਾਜ ਸਮਝਾਉਂਦੇ ਨੇ ਇਹਨਾਂ ਚੀਜ਼ਾਂ ਨੇ ਤੁਹਾਡੇ ਨਾਲ ਖੜੇ ਨਹੀਂ ਹੋਣਾ। ਤੇ ਜਦੋਂ ਤੁਹਾਨੂੰ ਇਹ ਗੱਲ ਸਮਝ ਆ ਜਾਏਗੀ, ਇਹਦਾ ਅਰਥ ਨਹੀਂ ਕਿ ਤੁਸੀਂ ਇਹਨੂੰ ਇਸ ਤਰੀਕੇ ਨਾਲ ਲਵੋ ਕਿ ਤੁਸੀਂ ਆਪਣੇ ਆਪ ਦੇ ਵਿੱਚ ਇੱਕ ਜੀਵਨ ਦੀ ਆਸ ਛੱਡ ਦਿਓ ਜਾਂ ਜੀਵਨ ਦਾ ਆਪਣਾ ਫਰਜ਼ ਜਿਹੜਾ ਉਹਨੂੰ ਤਿਆਗ ਦਿਓ। ਇਹਨਾਂ ਪੰਕਤੀਆਂ ਦੇ ਅਰਥ ਇਦਾਂ ਨਹੀਂ ਹੈਗੇ। ਹਾਂਜੀ। ਰੇ ਨਰ ਕਾਹੇ ਪਪੋਰੋ ਦੇਹੀ। ਇਹ ਬੰਦਿਆ ਕਿਉਂ ਆਪਣਾ ਪੇਟ ਭਰੀ ਜਾਂਦਾ ਹੈ? ਕਿਉਂ ਸਰੀਰ ਨੂੰ ਪਾਲੀ ਜਾਂਦਾ ਹੈ? ਇੰਨਾ ਸਰੀਰ ਨੂੰ ਸੁੱਖ ਰਹਿਣਾ ਕਰਕੇ ਕੀ ਕਰੇਗਾ? ਕਿਉਂਕਿ ਜੇ ਅੰਮ੍ਰਿਤ ਵੇਲੇ ਉੱਠਣਾ ਹੈ ਤਾਂ ਤੁਸੀਂ ਕੀ ਸੋਚਦੇ ਵੀ ਇਹ ਸੌਖਾ ਕੰਮ ਹੈ? ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਕੋਈ ਸੌਖਾ ਕੰਮ ਹੈ? ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਨੀ, ਜਿਸ ਵੇਲੇ ਰੋਗੀ ਤੇ ਭੋਗੀ ਵੀ ਸੌ ਜਾਂਦੇ ਨੇ, ਤੁਹਾਨੂੰ ਉਸ ਵੇਲੇ ਉੱਠਣਾ ਪਏਗਾ। ਆਪਾਂ ਸਾਰੇ ਕਹਿੰਦੇ ਨਾ ਵੀ ਨੀਂਦ ਬੜੀ ਆਉਂਦੀ ਹੈ, ਵਾਕਿਆ ਠੀਕ ਹੈ। ਉਸ ਵੇਲੇ ਤੇ ਰੋਗੀਆਂ ਭੋਗੀਆਂ ਨੂੰ ਵੀ ਨੀਂਦ ਆ ਜਾਂਦੀ ਹੈ। ਜਿਨ੍ਹਾਂ ਨੇ ਸਾਰੀ ਰਾਤ ਐਸ਼ਵਰਜ ਕੀਤੀ ਹੁੰਦੀ ਉਹ ਵੀ ਸਵੇਰੇ ਸੁੱਤਾ ਹੁੰਦਾ ਹੈ। ਜਿਹੜਾ ਰਾਤੀ ਹਾਏ ਹਾਏ ਕਰਦਾ ਸੀ ਸਵੇਰੇ ਉਹ ਵੀ ਸੁੱਤਾ ਹੁੰਦਾ ਹੈ। ਜਦੋਂ ਰੋਗੀ ਤੇ ਭੋਗੀ ਸੁੱਤੇ ਹੋਣ ਉਦੋਂ ਗੁਰਸਿੱਖ ਜੋਗੀ ਜਾਗਦੇ। ਜੇ ਸੱਚੇ ਪਾਤਸ਼ਾਹ ਨੇ ਤੁਹਾਨੂੰ ਹਿੰਮਤ ਦਿੱਤੀ, ਸਮਰੱਥਾ ਦਿੱਤੀ ਹੈ ਤੇ ਉਠੋ, ਉੱਠ ਕੇ ਉਦਮ ਕਰੋ। ਉਦਮ ਕਰਦਿਆਂ ਉਸ ਵਾਹਿਗੁਰੂ ਦੀ ਸੰਭਾਲ ਕਰੋ, ਉਹਨੂੰ ਯਾਦ ਕਰੋ, ਉਹਦੇ ਅੱਗੇ ਅਰਦਾਸ ਕਰੋ ਕਿ ਦੇ ਸ਼ਿਵਾ ਬਰ ਮੋਹ ਹੈ ਇਹ ਸ਼ੁਭ ਕਰਮਨ ਤੇ ਕਬ ਹੋ ਨਾ ਟਰੋ।
ਨਾ ਡਰੋ ਅਰਸੋਂ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ। ਐਵੇਂ ਬੈਠੇ ਪੇਟ ਨਾ ਪਾਲੀਏ ਆਪਾਂ। ਹਾਂਜੀ। ਊਡ ਜਾਏਗੋ ਧੂਮ ਬਾਦਰੋ, ਇਕ ਭਾਜੋ RAM ਸਨੇਹੀ। ਇਹ ਸਭ ਕੁਝ ਬਦਲਾਂ ਦੇ ਧੂਏ ਵਾਂਗ ਹੈ। ਇਹ ਸਭ ਕੁਝ ਉੱਡ ਜਾਏਗਾ। ਨਹੀਂ, ਇਹਨੂੰ ਛੱਡ ਕੇ ਇੱਕ ਪਰਮਾਤਮਾ ਨੂੰ ਯਾਦ ਕਰੋ, ਇੱਕ ਪਰਮਾਤਮਾ ਨੂੰ ਸਿਮਰੋ। ਹਾਂਜੀ। ਰਹਾਓ ਤੀਨ ਸੰਗਿਆ ਕਰ ਦੇਹੀ ਕੀਨੀ, ਜਲ ਕੂਕਰ ਭਸਮੇਹੀ। ਪਰਮਾਤਮਾ ਨੇ ਸਰੀਰ ਦੀਆਂ 3 ਸੰਗਿਆ ਬਣਾਈਆਂ ਨੇ। ਸਿਰਫ ਇਹ 3 ਚੀਜ਼ਾਂ ਦੇ ਕੰਮ ਆਉਣੀ ਹੈ। ਪਹਿਲੀ ਹੈ ਕਿ ਇਹ ਪਾਣੀ ਵਿੱਚ ਰੁੜ ਜਾਏਗੀ ਮਰਨ ਤੋਂ ਬਾਅਦ। ਦੂਜੀ, ਇਹਨੂੰ ਕੁੱਤੇ ਖਾ ਜਾਣਗੇ। ਤੀਜੀ, ਜੇ ਕਿਸੇ ਨੇ ਮਰਿਆਦਾ ਨਾਲ ਸੰਸਕਾਰ ਕਰ ਦਿੱਤਾ ਤੇ ਸਵਾਹ ਦੀ ਢੇਰੀ ਬਣੇਗੀ। ਇਹ 3 ਸ਼ਬਦ ਲਿਖੇ ਹੋਏ ਨੇ ਕਿ ਇਹ ਸਰੀਰ ਦੀ ਸੰਗਿਆ ਇਹ ਹੈ ਕਿ ਜਲ, ਕੂਕਰ, ਭਸਮੇਹੀ, ਭਸਮ, ਇਹਨੇ ਸਵਾਹ ਦੀ ਢੇਰੀ ਬਣ ਜਾਣਾ। ਇਹ 3 ਚੀਜ਼ਾਂ ਤੋਂ ਬਿਨਾਂ ਸਰੀਰ ਕਿਸੇ ਕੰਮ ਨਹੀਂ ਆਉਣਾ। ਜਾਂ ਇਹਨੂੰ ਪਾਣੀ ਵਿੱਚ ਸੁੱਟ ਦਿੱਤਾ ਜਾਏਗਾ, ਜਾਂ ਇਹਨੂੰ ਜਾਨਵਰ ਖਾ ਜਾਣਗੇ, ਜਾਂ ਇਹ ਸਵਾਹ ਦੀ ਇਹ ਢੇਰੀ ਬਣ ਜਾਏਗਾ। ਹਾਂਜੀ। ਹੋਏ ਆਮਰੋ ਗ੍ਰੇਹ ਮਹਿ ਬੈਠਾ, ਕਰਨ ਕਾਰਨ ਬਿਸਰੋਹੀ। ਇਸ ਮਿੱਟੀ ਦੀ ਢੇਰੀ ਵਿੱਚ, ਇਸ ਕੱਚੇ ਸਰੀਰ ਵਿੱਚ ਬੰਦਾ ਅਮਰ ਹੋ ਕੇ ਬੈਠਾ ਹੈ ਵੀ ਮੈਂ ਤੇ ਮਰਨਾ ਹੀ ਨਹੀਂ। ਜਿਸ ਘਰ ਵਿੱਚ ਬੈਠੇ ਆ ਉਸ ਘਰ ਦੀ ਬੁਨਿਆਦ ਕੋਈ ਨਹੀਂ ਹੈ। क्या प्रभाषा इस भांडे का, इतना क लागे ठनका, की पता है। ये तो साडे दावे ने ना कि मैं ये करांगा, मैं वो करांगा, मैं ऐसे करांगा, मैं वैसे करांगा। पता सानू एक क्षण मात्र भी टाइम का नहीं है। हुण की पता है ये शरीर रूपी भांडे ने कदों टुट जाना है। छोटा जिहा ठनका चाहिए है। इत्थे तो बंदा बाथरूम च डिगे तो बाथरूम के टब नाल सिर वजे तो बंदा मर जाता है। स्कूटर से जाता डिगे डिवाइडर नाल सिर वजे तो बंदा मर जाता है। बंदे की मौत लई कोई बहुत वड्डे प्रबंध की लोड़ थोड़ा है। तो सच्चे पातशाह महाराज समझाउंदे ने कि तू बंदिया इहदे विच किवें अमर हो के बैठा है। जदों इस भांडे का ही भरोसा नहीं, इस घर का ही भरोसा नहीं, इस शरीर का ही भरोसा नहीं, तो तू अमर होने दीयां गल्लां करदे नहीं जी मैं तो सदा ही इत्थे रवांगा। नहीं, तू भुलेखे च है। तेरी गलती की है कि करण कारण बिसरोही। जिन्हें कीता है, जिन्हें करना है, तू उन्होंने भुला के बह गया। ये तेरी गलती है। हाँ जी। अनिक भांत कर मणिए साजे, काचै ताग परोही। एक एक मणि तेरे शरीर विच जुड़ी है। तुसी कदे शरीर दी जिहड़ी बनावट है किते तुसी इहनूं वेखो, किन्ने जोड़ ने, किन्नियां नाड़ियां ने, किन्नियां हड्डियां ने, किस तरीके नाल परमात्मा ने सानू शरीर बना के दिता है। एक छोटी जी नस दिमाग दे विचों दबण लग जाए ना, वो किन्नियां क प्रॉब्लम क्रिएट कर सकदी तुसीं सोच नहीं सकदे। अख दे विच है, कोई छोटी जी कोई नर्व साडी कोई दब जाए, रीढ़ की हड्डी है जिन्होंने डिस्क कहने हो की है। पहले मैं सोचता होंदा सी डिस्क का मतलब कोई बहुत वड्डी कोई चीज़ होनी है। हुण पता लगा भी नहीं, जिहड़ियां वो विचों नाड़ियां लंघदियां उस एक छोटी जी नाड़ दबदी है, उन्होंने डिस्क कहते हैं। हुण आम दुनियावी दुनिया विच डिस्क जिहड़ी किसी बड़ी वड्डी चीज़ नूं कहा जाता है, किसी स्थूल चीज़ नूं कहा जाता है। हुण ये एक मणियां ने, कीमती मणियां इकट्ठियां कीतियां रब ने ते शरीर बनाया। पर बंदिया एक गल का ध्यान रखी कि उस परमात्मा ने की कीता, काचै धाग परोही। इन्हां मणियां नूं कच्चे धागे विच परो दिता। कच्चा धागा की है? तेरे श्वास। हाँ जी। टूट जाएगो सूत बापुरे, फिर पाछै पछतोही। जदों श्वासां दी लड़ी टुटनी है, ये मणियां खिलर जानियां ने। सारियां चीज़ां बड़ियां वधिया ने, अखां, कान, नक, मत्था,
ਦੰਦ, ਹੱਥ, ਪੈਰ, ਸਰੀਰ। ਏਡਾ ਸੋਹਣਾ ਰੱਬ ਨੇ ਸਰੀਰ ਬਣਾਇਆ ਵੀ ਬੰਦਾ ਰੈਂਪ ਤੇ ਤੁਰਦਾ ਜਾ ਕੇ, ਔਰ ਦੁਨੀਆ 'ਚ ਬੱਲੇ ਬੱਲੇ ਖਵਾਉਂਦਾ ਹੈ ਕਿ ਮੇਰੇ ਤੋਂ ਸੋਹਣਾ ਦੁਨੀਆ 'ਚ ਕੋਈ ਬੰਦਾ ਹੀ ਨਹੀਂ ਹੈਗਾ ਜੀ। ਜਿਹੜਾ ਉਹ ਪ੍ਰਦਰਸ਼ਨ ਹੈ ਉਹ ਰੱਬ ਦੀ ਬਖਸ਼ੀ ਇਸ ਦੇਹੀ ਦਾ ਹੈ ਵੀ ਏਡੇ ਏਡੇ ਸੋਹਣੇ ਸਰੀਰ ਵੀ ਰੱਬ ਨੇ ਬਣਾਏ ਨੇ ਕਿ ਸੰਸਾਰ ਕਵੇ ਵੀ ਕਮਾਲ ਹੈ, ਪਰ ਉਹਨੂੰ ਬੱਧਾ ਕਾਹਦੇ ਨਾਲ ਹੈ? ਸਵਾਸਾਂ ਦੇ ਕੱਚੇ ਧਾਗੇ ਨਾਲ। ਜਦੋਂ ਸਵਾਸਾਂ ਦਾ ਉਹ ਕੱਚਾ ਧਾਗਾ ਟੁੱਟੇਗਾ, ਸੱਚੇ ਪਾਤਸ਼ਾਹ ਕਹਿੰਦੇ ਨੇ ਟੂਟ ਜਾਏਗੋ ਸੂਤ ਬਾਪੁਰੇ ਫਿਰ ਪਾਸ਼ੇ ਪਛਤੋਹੀ, ਫਿਰ ਸਿਰਫ ਤੇਰੇ ਕੋਲ ਪਛਤਾਵਾ ਬਚੇਗਾ। ਹਾਂਜੀ। ਜਿਨ ਤੁਮ ਸਿਰਜੇ ਸਿਰਜ ਸਵਾਰੇ, ਤਿਸ ਧਿਆਵੋ ਦਿਨ ਰਹਿ ਨੇਹੀ। ਜਿਸ ਪ੍ਰਮਾਤਮਾ ਨੇ ਤੈਨੂੰ ਸਿਰਜਿਆ, ਜਿਸ ਪ੍ਰਮਾਤਮਾ ਨੇ ਤੈਨੂੰ ਸਵਾਰਿਆ, ਸਿਰਜੇ ਬਹੁਤ ਨੇ ਉਹਨੇ, ਸਵਾਰੇ ਬਹੁਤੇ ਨਹੀਂ। ਕਿ ਬੱਚੇ ਵਿੰਗੇ ਟੇਢੇ ਵੀ ਪੈਦਾ ਹੁੰਦੇ ਨੇ, ਨਹੀਂ ਸਵਰ ਸਕੇ, ਜਿਹਨਾਂ ਨੂੰ ਅਪਾਹਜ ਕਹਿੰਦੇ ਆ, ਡਿਸੇਬਲ ਕਹਿੰਦੇ ਆ, ਮੰਦ ਬੁੱਧੀ ਕਹਿੰਦੇ ਆ। ਸਾਜੇ ਨੇ, ਸਵਰੇ ਨਹੀਂ। ਪਰ ਜਿਸ ਰੱਬ ਨੇ ਤੈਨੂੰ ਸਾਜਿਆ ਵੀ, ਸਵਾਰਿਆ ਵੀ, ਸੱਚੇ ਪਾਤਸ਼ਾਹ ਕਹਿੰਦੇ ਨੇ ਸੋ ਧਿਆਵੋ ਦਿਨ ਰਹਿਣੀ, ਸੋ ਧਿਆਵੋ ਦਿਨ ਰਹਿ ਨੇਹੀ, ਸਿਰਫ ਉਹਨੂੰ ਦਿਨ ਰਾਤ ਸਿਮਰੋ। ਇੰਨੀਆਂ ਗੱਲਾਂ ਸੱਚੇ ਪਾਤਸ਼ਾਹ ਨੇ ਕੀਤੀਆਂ। ਤੇ ਜੇ ਆਪਾਂ ਪੁੱਛੀਏ ਵੀ ਮਹਾਰਾਜ ਇੰਨਾ ਡਰਾਇਆ ਜੇ ਸਾਨੂੰ, ਇੰਨਾ ਸਮਝਾਇਆ ਜੇ ਸਾਨੂੰ, ਤੇ ਸਾਨੂੰ ਦੱਸ ਵੀ ਦਿਓ ਵੀ ਅਸੀਂ ਕਰਨਾ ਕੀ ਹੈ? ਉਹ ਕਹਿੰਦੇ ਸਿਰਫ ਉਹਨੂੰ ਸਿਮਰਨਾ ਹੈ, ਉਹਨੂੰ ਚੇਤੇ ਰੱਖਣਾ ਹੈ, ਜਿਹਦੀਆਂ ਸਾਰੀਆਂ ਬਖਸ਼ਿਸ਼ਾਂ ਨੇ, ਜਿਹਦੇ ਕਰਕੇ ਤੇਰਾ ਐਡਾ ਸੋਹਣਾ ਪਰਿਵਾਰ ਹੈ, ਐਡਾ ਸੋਹਣਾ ਸੰਸਾਰ ਹੈ। ਤੈਨੂੰ ਛੱਡਣ ਲਈ ਨਹੀਂ ਕਿਹਾ, ਤੈਨੂੰ ਇਹਦੀ ਸੱਚਾਈ ਸਮਝਣ ਲਈ ਕਿਹਾ ਹੈ। ਤੇ ਸੱਚਾਈ ਸਮਝਣ ਤੋਂ ਬਾਅਦ ਤੈਨੂੰ ਸਮਝ ਕੇ ਚੱਲਣ ਲਈ ਕਿਹਾ ਕਿ ਤੂੰ ਇਸ ਵਕਤ ਨੂੰ, ਇਸ ਘੜੀ ਨੂੰ ਸੰਭਾਲ, ਐਵੇਂ ਨਾ ਸਰੀਰ ਪਾਲੀ ਜਾ, ਇਹਨੂੰ ਸਫਲਾ ਕਰ ਤੇ ਉਸ ਵਾਹਿਗੁਰੂ ਨੂੰ ਸਿਮਰ। ਹਾਂਜੀ। ਜਨ ਨਾਨਕ ਪ੍ਰਭ ਕਿਰਪਾ ਤਾਰੀ, ਮੈਂ ਸਤਿਗੁਰ ਓਟ ਗਹੇਹੀ। ਫਿਰ ਸੱਚੇ ਪਾਤਸ਼ਾਹ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਉਪਦੇਸ਼ ਕਰਦੇ ਨੇ, ਜਨ ਨਾਨਕ ਪ੍ਰਭ ਕਿਰਪਾ ਤਾਰੀ। ਹੇ ਪ੍ਰਭੂ ਤੂੰ ਮੇਰੇ ਤੇ ਕਿਰਪਾ ਕੀਤੀ ਹੈ ਤੇ ਮੈਂ ਸਤਿਗੁਰ ਓਟ ਗਹੇਹੀ, ਮੈਂ ਗੁਰੂ ਦੀ ਓਟ ਫੜ ਲਈ ਹੈ। ਤੇ ਮੈਂ ਤੁਰਿਆ ਤੁਰਿਆ ਆਉਂਦਾ ਇੱਥੇ ਜਦੋਂ ਮੱਥਾ ਟੇਕਿਆ ਵੀ ਗੁਰੂ ਦੀ ਓਟ ਕਿਉਂ ਫੜਨੀ ਹੈ। ਤੇ ਮੈਨੂੰ ਇੱਕ ਛੋਟੀ ਜਿਹੀ ਉਦਾਹਰਨ ਆਈ, ਜਿਵੇਂ ਆਪਾਂ ਛੋਟੇ ਛੋਟੇ ਹੁੰਦੇ ਸੀ, ਕੋਈ ਗਲਤੀ ਹੋ ਜਾਣੀ ਤੇ ਇਧਰੋਂ ਮਾਂ ਨੇ ਕਹਿਣਾ ਵੀ ਮੇਰੇ ਹੱਥ ਆ ਜੇ, ਤੇ ਇਧਰੋਂ ਪਾਪੇ ਨੇ ਕਹਿਣਾ ਵੀ ਮੇਰੇ ਹੱਥ ਆ ਜੇ। ਤੇ ਫਿਰ ਨਿਆਣਾ ਕੀ ਕਰਦਾ ਸੀ? ਭੱਜ ਕੇ ਜਾ ਕੇ ਨਾ ਜਾਂ ਦਾਦੀ ਕੋਲ ਜਾਂ ਦਾਦੇ ਕੋਲ। ਤੇ ਉਹ ਫਿਰ ਨਾ ਉਹਨਾਂ ਦੀ ਚੱਲਦੀ ਨਹੀਂ ਸੀ, ਹਾਲਾਂਕਿ ਉਹਨਾਂ ਦਾ ਕੁੱਟਣ ਦਾ ਹੱਕ ਹੈਗਾ ਸੀਗਾ, ਪਰ ਦਾਦੀ ਦਾਦੇ ਕੋਲ ਜਾ ਕੇ ਨਾ ਫਿਰ ਉਹ ਬਚ ਜਾਂਦੇ ਸੀ। ਤੇ ਬਿਲਕੁਲ ਮੈਨੂੰ ਇਦਾਂ ਹੀ ਲੱਗਦਾ ਵੀ ਗੁਰੂ ਦੀ ਨਾ ਥਾਂ ਉਹੀ ਹੈ। ਰੱਬ ਨੇ ਤੇ ਮਾਰਨਾ ਹੀ ਮਾਰਨਾ ਹੈ, ਕਿਉਂਕਿ ਅਸੀਂ ਗਲਤੀ ਕਰਦੇ ਹਾਂ। ਤੇ ਗੁਰੂ ਕੀ ਕਰਦਾ? ਵੀ ਗੁਰੂ ਸਾਨੂੰ ਬਚਾ ਲੈਂਦਾ ਹੈ। ਬਸ ਇੰਨਾ ਹੀ ਕੰਮ ਕਰੀਏ। ਜੇ ਆਪਾਂ ਕੁਛ ਨਹੀਂ ਕਰ ਸਕਦੇ ਤੇ ਗੁਰੂ ਦਾ ਲੜ ਤੇ ਫੜ ਕੇ ਰੱਖੀਏ ਨਾ, ਗੁਰੂ ਦਾ ਪੱਲਾ ਫੜ ਕੇ ਰੱਖੀਏ। ਗੁਰੂ ਅਰਜਨ ਦੇਵ ਪਿਤਾ ਮਹਾਰਾਜ ਇਹੀ ਉਪਦੇਸ਼ ਸਾਡੀ ਝੋਲੀ ਵਿੱਚ ਪਾਉਂਦੇ ਨੇ। ਇੰਨੇ ਸ਼ਬਦ ਪ੍ਰਵਾਨ ਕਰਨਾ ਜੀ, ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ। ਉਪਦੇਸ਼ ਮੇਰੇ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ੍ਹ ਲੈਣਾ। ਆਪ ਸੰਗਤ ਦਾ ਬਹੁਤ ਧੰਨਵਾਦ। ਸੱਚੇ ਪਾਤਸ਼ਾਹ ਅਕਾਲ ਪੁਰਖ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ, ਇਹ ਦੋ ਸ਼ਬਦ ਬੋਲਣ ਦੀ ਦਾਤ ਬਖਸ਼ੀ, ਜੋ ਮੈਂ ਆਪ ਜੀ ਦੀ ਸੇਵਾ ਵਿੱਚ ਹਾਜ਼ਰੀ ਭਰ ਸਕਿਆ। ਮੈਂ ਧੰਨਵਾਦ ਕਰਦਾ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਦਰਬਾਰ ਸਾਹਿਬ ਜੀ ਦਾ, ਬਹੁਤ ਪਿਆਰ ਕਰਦੇ ਨੇ। ਉਹਨਾਂ ਨੇ ਸਮਾਂ ਵੰਡ ਕਰਦਿਆਂ ਆਪ ਸੰਗਤ ਦੇ ਦਰਸ਼ਨ ਕਰਾਏ ਨੇ। ਮੇਰੀ ਅਰਦਾਸ ਹੈ ਸੱਚੇ ਪਾਤਸ਼ਾਹ ਉਹਨਾਂ ਤੋਂ ਚੜ੍ਹਦੀ ਕਲਾ 'ਚ ਸੇਵਾ ਲੈਣ, ਉਹਨਾਂ ਨੂੰ ਸਿਹਤ ਜਾਬੀ ਬਖਸ਼ਣ। ਆਓ ਫਤਿਹ ਬੁਲਾਉਣ ਤੋਂ ਪਹਿਲਾਂ ਜੋ ਸ਼ਬਦ ਦੀਆਂ ਦੋ ਅੰਤਲੀਆਂ ਪੰਕਤੀਆਂ ਨੇ, ਆਪਾਂ ਉਹਨਾਂ ਦਾ ਪਾਠ ਸਰਵਣ ਕਰੀਏ। ਹਾਂਜੀ। ਜਿਨ ਤੁਮ ਸਿਰਜੇ ਸਿਰਜ ਸਵਾਰੇ, ਤਿਸ ਧਿਆਵੋ ਦਿਨ ਰਹਿ ਨੇਹੀ। ਜਨ ਨਾਨਕ ਪ੍ਰਭ ਕਿਰਪਾ ਤਾਰੀ, ਮੈਂ ਸਤਿਗੁਰ ਓਟ ਗਹੇਹੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।